ਹੈਲੋ ਐਵਰੀਬਾਡੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਵਰਨਮੈਂਟ ਆਫ ਕੈਨੇਡਾ ਨੇ GIC ਦਾ ਅਮਾਊਂਟ ਡਬਲ ਕਰ ਦਿੱਤਾ ਹੈ। ਐਂਡ ਰੀਸੈਂਟਲੀ ਸਮਬਡੀ ਆਸਕ ਮੀ ਕਿ ਕਿਆ ਮੈਨੂੰ ਕੈਨੇਡਾ ਆਉਣਾ ਚਾਹੀਦਾ ਹੈ ਕੰਸੀਡਰਿੰਗ ਕਿ GIC ਹੁਣ $10,000 ਤੋਂ $20,000 ਹੋ ਗਿਆ ਹੈ। ਟਿਊਸ਼ਨ ਫੀਸ ਵੀ ਕਾਲਜਸ ਨੇ ਵਧਾਤੀਆਂ ਹੈ ਐਂਡ ਜੌਬ ਮਾਰਕੀਟ ਸਿਚੁਏਸ਼ਨ ਵੀ ਕੋਈ ਇੰਨੀ ਖਾਸ ਨਹੀਂ ਹੈ ਕਿਉਂਕਿ ਸਾਰੇ ਸਟੂਡੈਂਟਸ ਕੰਪਲੇਨ ਕਰ ਰਹੇ ਨੇ ਕਿ ਉਹਨਾਂ ਨੂੰ ਇੱਥੇ ਆ ਕੇ ਜੌਬ ਨਹੀਂ ਮਿਲ ਰਹੀ ਕਾਫੀ ਟਾਈਮ ਤੱਕ। ਵਾਈਲ ਇਟ ਇਜ਼ ਅ ਵੈਰੀ ਪਰਸਨਲ ਡਿਸੀਜਨ ਐਂਡ ਇਹ ਕੰਪਲੀਟਲੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਫੈਮਿਲੀ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ ਇਸ ਟਾਈਮ। ਆਈ ਵੁੱਡ ਲਾਈਕ ਟੂ ਲਿਸਟ ਸਮ ਫੈਕਟਰਸ ਜਿਹੜੇ ਕਿ ਅਸੀਂ ਕੰਸੀਡਰ ਕਰ ਸਕਦੇ ਹਾਂ ਬਿਫੋਰ ਕਮਿੰਗ ਟੂ ਕੈਨੇਡਾ। ਇਟ ਇਜ਼ ਹਾਈਲੀ ਪਰਸਨਲ ਐਂਡ ਆਈ ਐਮ ਨੋ ਐਕਸਪਰਟ ਔਨ ਦਿਸ। ਇਟ ਇਜ਼ just for you to know some things that you should know before coming to Canada. So first things first, ਅਸੀਂ GIC ਦੀ ਗੱਲ ਕਰ ਲੈਂਦੇ ਹਾਂ। GIC is funds that we save in our own bank account. Government of Canada ਨੂੰ ਇੱਕ ਪ੍ਰੂਫ ਦਿਖਾਉਂਦੇ ਆ ਕਿ ਸਾਡੇ ਕੋਲ ਆਪਣੀ ਸਟੱਡੀ ਦੇ ਡਿਊਰੇਸ਼ਨ ਦੀ ਕਾਸਟ ਹੈ, ਕਾਸਟ ਆਫ ਲਿਵਿੰਗ, ਉਹ ਅਫੋਰਡ ਕਰਨ ਦੇ ਲਈ ਇਹ ਸਰਟਨ ਅਮਾਊਂਟ ਹੈ। ਉਹਦੀ ਮਿਨੀਮਮ ਰਿਕੁਆਇਰਮੈਂਟ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ $20,000 ਹੋ ਗਈ ਹੈ। ਜਦੋਂ ਵੀ ਅਸੀਂ ਕੈਨੇਡਾ ਆਉਂਦੇ ਹਾਂ ਐਂਡ ਅਸੀਂ ਬੈਂਕ ਕੋਲ ਜਾਂਦੇ ਹਾਂ, ਰਾਈਟ ਆਫਟਰ ਦੈਟ ਸਾਡੀ ਇੱਕ ਫਿਕਸਡ ਇੰਸਟਾਲਮੈਂਟ ਸਾਡੇ ਬੈਂਕ ਅਕਾਊਂਟ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। $10,000 ਸੀਗੀ, ਦੈਨ ਇਟ ਯੂਜ਼ ਟੂ ਬੀ $600 to $700 ਜਿਹੜੀ ਸਾਨੂੰ ਇੰਸਟਾਲਮੈਂਟ ਹਰ ਸਟੂਡੈਂਟ ਨੂੰ ਆਉਂਦੀ ਸੀ ਆਫਟਰ ਐਵਰੀ ਮੰਥ। ਇਹ ਗੱਲ ਸੀ ਕਿ 2 ਸਾਲ ਪਹਿਲਾਂ ਦੀ, ਜਦੋਂ ਇੱਕ ਸਟੂਡੈਂਟ ਬੇਅਰ ਮਿਨੀਮਮ ਐਕਸਪੈਂਸਿਸ ਕਰਕੇ ਵੀ $800 ਅਮਾਊਂਟ ਤੇ ਸਰਵਾਈਵ ਕਰ ਸਕਦੇ ਸੀ। ਬਟ ਨਾਓ ਦ ਸਿਚੁਏਸ਼ਨ ਇਜ਼ ਕਿ ਗਰੋਸਰੀ ਦੇ ਰੇਟਸ ਬਹੁਤ ਜ਼ਿਆਦਾ ਚਲੇ ਗਏ ਹੈ, ਸਭ ਕੁਝ ਇੱਥੇ ਬਹੁਤ ਐਕਸਪੈਂਸਿਵ ਹੋ ਗਿਆ ਹੈ, ਰੈਂਟਸ ਵੀ ਵੱਧ ਗਏ ਨੇ। ਇੱਥੇ ਰਹਿਣ ਦਾ ਜੋ ਬੇਅਰ ਮਿਨੀਮਮ ਖਰਚਾ ਪਹਿਲਾਂ 700 ਤੋਂ $800 ਹੁੰਦਾ ਸੀ, ਉਹ ਵੱਧ ਕੇ $1,000 ਤੇ $1,200 ਵੀ ਚੱਲ ਗਿਆ ਹੈ। ਕਿ ਅਸੀਂ ਜਦੋਂ ਸਟੂਡੈਂਟ ਹੁੰਦੇ ਹਾਂ ਅਸੀਂ ਸ਼ੇਅਰਿੰਗ ਤੇ ਵੀ ਰਹਿ ਲੈਂਦੇ ਹਾਂ ਐਂਡ ਬਹੁਤ ਸਾਰੇ ਖਰਚੇ ਜਿਹੜੇ ਆ ਅਸੀਂ ਨਹੀਂ ਕਰਦੇ। GIC ਦਾ ਡਬਲ ਹੋਣਾ ਇਜ਼ ਅ ਗੁੱਡ ਥਿੰਗ ਫॉर ਸਟੂਡੈਂਟਸ ਕੰਸੀਡਰਿੰਗ ਕਿ ਕਾਫੀ ਸਾਰੇ ਸਟੂਡੈਂਟਸ ਨੂੰ ਹੁਣ ਇੱਥੇ ਆ ਕੇ ਇੰਸਟੈਂਟਲੀ ਜੌਬਸ ਨਹੀਂ ਮਿਲਦੀਆਂ ਐਂਡ ਇਹ ਇੱਕ ਪ੍ਰੋਬਲਮ ਹੈ ਉਹਨਾਂ ਫੈਮਿਲੀਜ਼ ਦੇ ਲਈ ਜਿਨ੍ਹਾਂ ਕੋਲ ਸੇਵਿੰਗਸ ਹੀ ਉਨੀਆਂ ਹੁੰਦੀਆਂ ਸੀ ਕਿ ਉਹ GIC ਪੇ ਕਰ ਦੇਣ। ਤੋਂ ਪਹਿਲਾਂ ਉਹ ਕੁਝ 5 ਤੋਂ 6 ਲੱਖ ਦਾ ਅਮਾਊਂਟ ਹੀ ਸੀਗਾ ਵਿਚ ਯੂਜੂਅਲੀ ਫੈਮਿਲੀਜ਼ used to have, but now ਕਿਉਂਕਿ ਉਹ ਡਬਲ ਹੋ ਗਿਆ ਹੈ ਐਂਡ ਇਟ ਕੈਨ ਬੀ ਫਰੋਮ 12 ਲੱਖ ਤੋਂ 13 ਲੱਖ ਦਾ ਅਮਾਊਂਟ ਕੁਝ ਹੋਏਗਾ ਜਿਹੜਾ ਕਿ ਅਸੀਂ GIC 'ਚ ਹੀ ਦੇਣਾ ਹੈ। ਸੋ ਇਟ ਇਜ਼ ਵੈਰੀ ਐਕਸਪੈਂਸਿਵ ਫॉर ਮਿਡਲ ਕਲਾਸ ਫੈਮਿਲੀ ਜਿਨ੍ਹਾਂ ਦੇ ਬੱਚੇ ਪਲਾਨ ਕਰ ਰਹੇ ਆ ਕਿ ਅਸੀਂ GIC ਆਪਣੀ ਸੇਵਿੰਗਸ ਤੋਂ ਦੇ ਕੇ ਇੱਥੇ ਆ ਜਾਵਾਂਗੇ। ਸੋ ਇਹ ਡੈਫੀਨਿਟਲੀ ਇੱਕ ਫਾਈਨੈਂਸ਼ੀਅਲ ਸਟ੍ਰੈਸ ਹੈ ਫੈਮਿਲੀਜ਼ ਦੇ ਲਈ ਐਂਡ ਆਈ ਕੈਨ ਅੰਡਰਸਟੈਂਡ। ਮਾਈ ਪੇਰੈਂਟਸ ਆਲਸੋ ਸਪੈਂਡ ਦੇਅਰ ਸੇਵਿੰਗਸ ਔਨ GIC ਓਨਲੀ and I took the rest of the amount from bank as an education loan. We would talk about that later. It is a financial stress for families, but I would say it is a financial relief for students after ਉਹ ਕੈਨੇਡਾ ਲੈਂਡ ਕਰ ਜਾਂਦੇ ਆ ਕਿਉਂਕਿ ਫਿਰ ਉਹਨਾਂ ਨੂੰ ਇਸ ਚੀਜ਼ ਦਾ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ ਕਿ ਉਹ ਕਿੱਦਾਂ ਸਰਵਾਈਵ ਕਰਨਗੇ ਜੇ ਉਹਨਾਂ ਨੂੰ ਕੰਮ ਨਾ ਮਿਲਿਆ ਤੇ। ਸੈਕਿੰਡ ਥਿੰਗ, ਜੇ ਅਸੀਂ ਜੌਬ ਮਾਰਕੀਟ ਦੀ ਗੱਲ ਕਰ ਲਈਏ, ਇਹ ਸਾਰੇ ਲੋਕੀ ਕੰਪਲੇਨ ਇਸ ਕਰਕੇ ਕਰਦੇ ਆ ਕਿਉਂਕਿ ਕੈਨੇਡਾ ਹੈਜ਼ ਬਿਕਮ a hotspot for all the immigrants here, not just from India but from other countries as well. ਵੱਖ-ਵੱਖ ਕੰਟਰੀਜ਼ ਚੋਂ ਲੋਕੀ ਇੱਥੇ ਆ ਕੇ ਕੰਮ ਕਰਦੇ ਆ। ਯੂਜੂਅਲੀ ਸਟੂਡੈਂਟਸ ਜਦੋਂ ਇੰਡੀਆ ਤੋਂ ਆਉਂਦੇ ਸੀਗੇ ਸਾਡੇ ਵਰਗੇ, ਉਹ ਕੀ ਕਰਦੇ ਸੀ ਕਿ ਆਫਟਰ 12th ਕਿਉਂਕਿ ਸਾਡੇ ਕੋਲ ਐਕਸਪੀਰੀਅੰਸ ਵੀ ਕੋਈ ਨਹੀਂ ਹੈ, ਸਕਿੱਲ ਵੀ ਕੋਈ ਨਹੀਂ ਹੈ, ਕਮਿਊਨੀਕੇਸ਼ਨ ਵੀ ਕੁਝ ਖਾਸ ਨਹੀਂ ਹੁੰਦੀ ਐਂਡ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਬਾਹਰ ਗੱਲ ਕਿੱਦਾਂ ਕਰਨੀ ਹੈ। ਸੋ ਵਟ ਵੀ ਯੂਜ਼ ਟੂ ਡੂ ਵਾਜ਼ ਵੀ ਯੂਜ਼ ਟੂ ਟਾਰਗੇਟ ਲੇਬਰ ਕਲਾਸ ਜੌਬਸ। ਲੇਬਰ ਕਲਾਸ ਜੌਬਸ ਤੋਂ ਮੇਰਾ ਮਤਲਬ ਹੈ ਕਿਸੇ ਵੇਅਰ ਹਾਊਸ 'ਚ ਕੰਮ ਕਰ ਲੈਣਾ, ਕਿਸੇ ਰੈਸਟੋਰੈਂਟ 'ਚ ਕੰਮ ਕਰ ਲੈਣਾ, ਸਿਕਿਉਰਿਟੀਜ਼ ਦੀ ਸ਼ਿਫਟਸ ਕਰ ਲੈਣੀ ਜਾਂ ਫਿਰ ਕੋਈ ਵੀ ਇੱਦਾਂ ਦੇ ਕੰਮ ਕਰ ਲੈਣੇ ਜਿਹੜੀ ਕਿ ਘੱਟ ਸਕਿੱਲਸ 'ਚ ਵੀ ਮਿਲ ਜਾਂਦੇ ਨੇ। ਸੋ ਉਹ ਚੀਜ਼ ਪਹਿਲਾਂ ਬਹੁਤ ਈਜ਼ੀ ਸੀਗੀ ਕਿਉਂਕਿ ਇੰਨਾ ਕੁਝ ਟ੍ਰੈਫਿਕ ਨਹੀਂ ਸੀਗਾ ਐਂਡ ਬਿਜ਼ਨਸਿਸ ਵੀ ਕਾਫੀ ਜ਼ਿਆਦਾ ਫਰੀਕੁਐਂਟ ਹਾਇਰਿੰਗ ਕਰਦੇ ਰਹਿੰਦੇ ਸੀ। ਬਟ ਨਾਓ ਸਿਚੁਏਸ਼ਨ ਕੀ ਹੋ ਗਈ ਹੈ ਕਿ ਕਿਉਂਕਿ ਟ੍ਰੈਫਿਕ ਇੰਨਾ ਜ਼ਿਆਦਾ ਵੱਧ ਗਿਆ ਹੈ, ਲੇਬਰ ਕਲਾਸ ਜੌਬ ਮਿਲਣਾ ਵੀ ਬਹੁਤ ਜ਼ਿਆਦਾ ਡਿਫਿਕਲਟ ਹੋ ਗਿਆ ਹੈ ਇਸ ਟਾਈਮ। ਜਿਹੜੀ ਵੀ ਅਸੀਂ ਵੀਡੀਓਜ਼ ਦੇਖਦੇ ਹਾਂ ਮੋਸਟਲੀ ਕਿ ਸਟੂਡੈਂਟਸ ਲਾਈਨ ਲਗਾ ਕੇ ਖੜੇ ਨੇ ਕਿਸੇ ਏਜੰਸੀ ਦੇ ਬਾਹਰ, ਉਹ ਸਾਰੀ ਜਿਹੜੀ ਪ੍ਰੋਬਲਮ ਹੈ ਉਹ ਹੈਗੀ ਹੈ ਲੇਬਰ ਕਲਾਸ ਜੌਬ ਦੀ। ਹੁਣ ਜਿਹੜੀ ਇੱਥੇ ਜੌਬਸ ਹੈਗੀਆਂ ਆ ਹਾਈ ਸਕਿਲਡ ਜੌਬਸ, ਜਿਹੜੀ ਆਫਿਸ ਜੌਬਸ ਹੁੰਦੀਆਂ ਜਿਨ੍ਹਾਂ ਨੂੰ ਯੂਜੂਅਲੀ ਅਸੀਂ ਟਾਰਗੇਟ ਵੀ ਨਹੀਂ ਕਰਦੇ ਬੀਇੰਗ ਹਾਈ ਸਕੂਲ ਸਟੂਡੈਂਟਸ ਹੂ ਆਰ ਕਮਿੰਗ ਹੀਅਰ, ਉਹਨਾਂ ਦੇ ਵਿੱਚ ਵੀ ਕੰਪੀਟੀਸ਼ਨ ਵੱਧ ਗਿਆ ਹੈ। ਸੋ ਯੂ ਕੈਨ ਇਮੈਜਿਨ ਕਿ ਉਹ ਸਕਿਲਡ ਜੌਬਸ ਤਾਂ ਅਸੀਂ ਉੱਦਾਂ ਹੀ ਟਾਰਗੇਟ ਨਹੀਂ ਕਰ ਰਹੇ, ਪਲੱਸ ਲੇਬਰ ਕਲਾਸ ਜੌਬਸ ਵੀ ਸਾਨੂੰ ਨਹੀਂ ਮਿਲ ਰਹੀਆਂ।
ਸੋ ਡੈਫੀਨੇਟਲੀ ਕਾਫੀ ਟਾਈਮ ਤੱਕ ਸਟੂਡੈਂਟਸ ਨੂੰ ਅਨਇੰਪਲੋਇਡ ਰਹਿਣਾ ਪੈਂਦਾ ਹੈ, ਉਹਨਾਂ ਕੋਲ ਕੰਮ ਨਹੀਂ ਹੁੰਦਾ ਐਂਡ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਐਂਡ ਫਿਰ ਅਸੀਂ ਮੀਮਸ ਦੇਖਦੇ ਹਾਂ ਕਿ ਕੈਨੇਡਾ ਵਿੱਚ ਕੰਮ ਹੀ ਹੈ ਨਹੀਂ। ਕੰਸੀਡਰਿੰਗ ਦੈਟ ਜੇ ਤੁਸੀਂ ਕੈਨੇਡਾ ਆ ਰਹੇ ਹੋ ਵਿਦਆਊਟ ਐਨੀ ਨੌਲੇਜ, ਵਿਦਆਊਟ ਐਨੀ ਸਕਿੱਲ ਐਂਡ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਆ ਕੇ ਪਾਰਟ ਟਾਈਮ ਕੰਮ ਕਰਕੇ ਗੁਜ਼ਾਰਾ ਕਰ ਲੋਗੇ, ਉਹ ਸਿਨਾਰੀਓ ਹੁਣ ਕੰਪਲੀਟਲੀ ਚੇਂਜ ਹੋ ਗਿਆ ਹੈ ਐਂਡ ਇਟ ਕਾਂਟ ਬੀ ਪੋਸੀਬਲ। ਦ ਥਰਡ ਥਿੰਗ ਦੈਟ ਆਈ ਸੈਡ ਵਾਸ ਫੈਮਲੀਜ਼ ਫਾਈਨੈਂਸ਼ੀਅਲ ਸਿਚੁਏਸ਼ਨ। ਪਹਿਲਾਂ ਖਰਚਾ 20 ਤੋਂ 25 ਲੱਖ ਹੁੰਦਾ ਸੀ, ਸੋ ਮੋਸਟਲੀ ਫੈਮਲੀਜ਼ ਕਿਤੋਂ ਨਾ ਕਿਤੋਂ ਅਰੇਂਜ ਕਰ ਲੈਂਦੀਆਂ ਸੀ। ਹੁਣ ਖਰਚਾ ਹੋ ਜਾਏਗਾ ਕੁਝ 25 ਤੋਂ 30 ਲੱਖ ਦਾ, ਕਿਉਂਕਿ GIC ਆਲਰੇਡੀ 12 ਲੱਖ ਖੁਦ ਹੀ ਹੋ ਗਈ ਹੈ। ਜੇ ਤਾਂ ਤੁਸੀਂ ਕੋਈ ਲੋਨ ਲੈ ਕੇ ਆ ਰਹੇ ਹੋ ਕੈਨੇਡਾ ਐਂਡ ਤੁਸੀਂ ਸੋਚ ਰਹੇ ਹੋ ਕਿ ਉਹ ਲੋਨ ਦੀ ਜਿਹੜੀ ਇੰਸਟਾਲਮੈਂਟ ਹੈ ਰਾਈਟ ਆਫਟਰ ਤੁਸੀਂ ਆਉਂਦੇ ਹੋ ਤੁਸੀਂ ਪੇ ਕਰਨਾ ਸਟਾਰਟ ਕਰ ਸਕਦੇ ਹੋ, ਦੈਨ ਇਟਸ ਅ ਬਿਗ ਨੋ ਇਫ you do not have skills, you do not know how to market yourself, stuff like that, and if you are targeting labor class jobs first. But ਜੇ ਤੁਹਾਡੀ ਫੈਮਿਲੀ ਇਹਨਾਂ ਅਫੋਰਡ ਕਰ ਸਕਦੀ ਹੈ ਕਿ ਉਹ GIC ਵੀ ਦੇ ਦੇਵੇ, ਟਿਊਸ਼ਨ ਫੀਸ ਵੀ ਦੇ ਦੇਵੇ, ਪਲੱਸ ਕੁਛ ਨਾ ਕੁਛ ਤੁਹਾਡੀ ਨੈਕਸਟ ਈਅਰ ਦੀ ਟਿਊਸ਼ਨ ਫੀ ਦਾ ਬੈਕਅਪ ਵੀ ਉਹਨਾਂ ਕੋਲ ਹੋਏ, ਦੈਨ ਡੈਫੀਨੇਟਲੀ ਯੂ ਕੈਨ ਕੰਸੀਡਰ ਇਟ। ਅਗੇਨ ਇਹ ਹਰ ਇੱਕ ਫੈਮਿਲੀ ਦੀ ਅਲੱਗ ਸਿਚੁਏਸ਼ਨ ਹੁੰਦੀ ਹੈ। ਬਟ ਮਾਈ ਸਿਚੁਏਸ਼ਨ ਵਾਸ 2 years ago that we spent our savings on GIC and then I took an education loan. ਲੋਨਸ ਵੀ ਕਾਫੀ ਤਰੀਕੇ ਦੇ ਹੁੰਦੇ ਨੇ। ਐਜੂਕੇਸ਼ਨ ਲੋਨ 'ਚ ਇਹ ਬੈਨੀਫਿਟ ਹੁੰਦਾ ਹੈ ਕਿ ਬੈਂਕ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ 1 ਸਾਲ ਬਾਅਦ ਤੋਂ ਤੁਸੀਂ ਆਪਣੀ ਇੰਸਟਾਲਮੈਂਟਸ ਪੇ ਕਰਨੀ ਹੈ। ਸੋ ਦੈਟ ਵਾਜ਼ ਆਲਸੋ ਰਿਲੀਫ ਫॉर मी and my family that I had enough time to get a job and then to start paying back my education loan installments. If you are coming to Canada considering all these factors, then there should be some stuff that you should be prepared for physically and mentally. You should be prepared for applying jobs every single day. Stress, because ਕਾਫੀ ਅਸੀਂ ਨਿਊਜ਼ ਸੁਣਦੇ ਆ ਕਿ ਸਟ੍ਰੈਸ ਤੋਂ ਬੱਚਿਆਂ ਨੂੰ ਕਾਫੀ ਪ੍ਰੋਬਲਮ ਹੋ ਰਹੀ ਹੈ। So what I would say at the end is it is your decision. Ask your parents, sit with them, decide ਕਿ ਤੁਸੀਂ ਕੀ ਕਰਨਾ ਹੈ। It is a big risk coming here, but definitely kuch time baad it would start paying off, and I wouldn't say ki you shouldn't be immigrating to any country or Canada. If you want, you can do that, but definitely consider these things because your family is spending too much money. ਉਹ ਆਪਣੀ ਸਾਰੀ lifetime saving ਤੁਹਾਡੇ ਤੇ spend ਕਰ ਰਹੇ ਨੇ, so you should be wise enough to discuss it with them openly and then decide what you want to do. ਜੇ ਤੁਸੀਂ ਇੱਥੇ ਆ ਰਹੇ ਹੋ, ਤੁਸੀਂ ਆਲਰੇਡੀ ਅਪਲਾਈ ਕਰ ਚੁੱਕੇ ਹੋ ਸਭ ਕੁਛ, ਯੂ ਹੈਵ ਅ ਫਿਊ ਮੰਥਸ ਟੂ ਸਪੈਂਡ ਔਨ ਯੋਰ ਸੈਲਫ। ਡੈਫੀਨੇਟਲੀ ਫਰੈਂਚ ਸਿੱਖੋ, 2-3 ਮਹੀਨੇ ਜੋ ਤੁਹਾਡੇ ਕੋਲ ਹੈ ਕਲਾਸਿਸ ਲਗਾਓ, ਔਨਲਾਈਨ ਬੈਠ ਕੇ ਸਿੱਖੋ, ਆਪਣੀ ਕਮਿਊਨੀਕੇਸ਼ਨ ਦੇ ਉੱਤੇ ਕੰਮ ਕਰੋ। ਕਾਫੀ ਸਾਰੇ ਲੋਕ ਨੇ ਜਿਹੜੇ ਇੰਸਟਾਗ੍ਰਾਮ ਦੇ ਥਰੂ ਜਾਂ YouTube ਦੇ ਥਰੂ ਗਾਈਡ ਕਰਦੇ ਨੇ ਕਿ ਅਸੀਂ ਆਪਣਾ ਰੈਜ਼ੂਮੇ ਕਿੱਦਾਂ ਬਣਾ ਸਕਦੇ ਹਾਂ ਐਂਡ ਅਸੀਂ ਆਪਣੇ ਆਪ ਨੂੰ ਕਿੱਦਾਂ ਮਾਰਕੀਟ ਕਰ ਸਕਦੇ ਹਾਂ, ਅਸੀਂ ਲਿੰਕਡਇਨ ਕਿੱਦਾਂ ਡਿਵੈਲਪ ਕਰ ਸਕਦੇ ਹਾਂ। ਸੋ start watching these videos and then start getting some skills, start improving your communication ਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ ਇੰਪਲੋਇਰ ਨੂੰ ਤੁਹਾਡੇ ਵਿੱਚ ਕੁਝ ਅਲੱਗ ਦਿਖੇ ਤਾਂ ਹੀ ਉਹ ਤੁਹਾਨੂੰ ਹਾਇਰ ਕਰਨਗੇ। ਐਂਡ again, it is very personal, it is my personal opinion, and if you do not like it, you're more than welcome, but it is highly recommended to consider these things before coming here in Canada. Thank you so much.